ਤੁਹਾਡਾ ਸਾਰਿਆਂ ਦਾ ਉਰੇ ਆਉਣ ਤੇ ਬਹੁਤ-ਬਹੁਤ ਧੰਨਵਾਦ। ਅੱਜ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸਪੋਕਸਪਰਸਨ ਸ਼ਮਿੰਦਰ ਕੌਰ ਜੀ ਤੇ ਸਾਡੇ ਯੂਨੀਵਰਸਿਟੀ ਦੇ ਕੈਂਪਸ ਪ੍ਰੈਜ਼ੀਡੈਂਟ ਭੂਰਾ ਜੀ, ਇਹ ਦੋਨੋਂ ਮੌਜੂਦ ਨੇ। ਅੱਜ ਪੰਜਾਬ ਦੇ ਇੱਕ ਬਹੁਤ ਅਹਿਮ ਮਸਲਾ ਜਾਂ ਮੈਂ ਕਹੂੰਗਾ ਕਿ ਕਿਸ ਤਰੀਕੇ ਸਾਡੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਉਹਦੇ ਤੇ ਥੋੜਾ ਜਿਹਾ ਚਾਨਣਾ ਪਾਵਾਂਗੇ। देखो ले थोड़े दिन पहला पंजाब सरकार ने उरे बिल्कुल चंडीगढ़ की जड़ दे विच एक रिजॉर्ट है, फॉरेस्ट हिल रिजॉर्ट। पंजाब सरकार का जिहड़ा पोल्यूशन डिपार्टमेंट है वो 5/9/2023 नूं इस रिजॉर्ट नूं एक नोटिस जारी करदा। वो नोटिस जारी करके ये रिजॉर्ट दे उत्ते जिहड़ियां वायलेशनस करन दे इल्जाम लाए जांदे ने। ਇਹ ਦੱਸਿਆ ਜਾਂਦਾ ਹੈ ਕਿ ਬਿਨਾਂ ਪਰਮਿਸ਼ਨਸ ਤੋਂ ਉਰੇ ਰੈਸਟੋਰੈਂਟ ਚੱਲ ਰਹੇ ਨੇ, ਜਿਹੜੀਆਂ ਕਿ ਗਵਰਨਮੈਂਟ ਦੀਆਂ ਗਾਈਡਲਾਈਨਸ ਹੈ ਉਹ ਵਾਇਲੇਟ ਕੀਤੀਆਂ ਜਾ ਰਹੀਆਂ ਨੇ ਔਰ ਇਮੀਡੀਏਟਲੀ ਇਹਦੇ ਜਿਹੜੇ ਸਾਰੇ ਆਪਰੇਸ਼ਨਸ ਹੈ ਇਸ ਰਿਜ਼ੋਰਟ ਦੇ ਬੰਦ ਕਰ ਦਿੱਤੇ ਜਾਂਦੇ ਨੇ। ਇਹ ਨੋਟਿਸ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਤੁਸੀਂ ਆਓ ਤੇ ਆਪਣਾ ਸਪਸ਼ਟੀਕਰਨ ਦਿਓ ਤੇ ਸਤੰਬਰ ਦੇ ਮਹੀਨੇ ਦੇ ਵਿੱਚ इस रिजॉर्ट के सारे ऑपरेशनस क्लोज कर दिते जाते हैं। और फिर उस तो बाद इस रिजॉर्ट दे विच उन्हां दे नाल उन्हां दा जदों स्पष्टीकरण मंगिया गया तो 13/10 तरीक नूं 13 अक्तूबर नूं यह रिजॉर्ट का स्पष्टीकरण लिया जाता है, इहदी लीगल ओपीनियन लई भेज दिता जाता है। तो हले तक जो मेरी जानकारी है हले तक उहदे ऑपरेशनस चलाते ਉਹ ਜਿਹੜਾ ਸਤੰਬਰ ਵਾਲਾ ਆਰਡਰ ਸੀ ਉਹਦਾ ਕੀ ਬਣਿਆ ਇਹ ਕਿਸੇ ਨੂੰ ਦੱਸਿਆ ਨਹੀਂ ਗਿਆ। ਪਰ ਇੰਪੋਰਟੈਂਸ ਇਸ ਗੱਲ ਦੀ ਹੈ ਕਿ ਉਹੀ ਰਿਜ਼ੋਰਟ ਹੈ ਜਿੱਥੇ ਇਸ ਡਿਪਾਰਟਮੈਂਟ ਦੇ ਜਿਹੜੇ ਮਿਨਿਸਟਰ ਸੀ ਮੀਥੇਰ ਸਾਹਿਬ, ਉਹਨਾਂ ਦੀ ਸ਼ਾਦੀ ਦਾ ਫੰਕਸ਼ਨ ਹੋਇਆ 7 ਨਵੰਬਰ ਨੂੰ। ਹੁਣ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਇਹ ਜਿਹੜਾ ਨੋਟਿਸ ਕੱਢਿਆ ਗਿਆ, ਇਹ ਜਿਹੜਾ ਜਵਾਬ ਲਿਆ ਗਿਆ, ਉਹ ਤੋਂ ਬਾਅਦ ਕੀ ਕਾਰਵਾਈ ਹੋਈ? ਕਿਉਂਕਿ 7 ਨਵੰਬਰ ਨੂੰ ਅਗਰ ਉਸੇ ਵਿਭਾਗ ਦੇ ਮੰਤਰੀ ਸਾਹਿਬ ਇਸ ਰਿਜ਼ੋਰਟ ਦੇ ਵਿੱਚ ਆਪਣੇ ਵਿਆਹ ਦਾ ਫੰਕਸ਼ਨ ਕਰਦੇ ਨੇ, ਕੀ ਇਹ ਕਰਪਸ਼ਨ ਦੇ ਵਿੱਚ ਨਹੀਂ ਫਾਲ ਕਰਦਾ? ਜਿਸ ਰਿਜ਼ੋਰਟ ਨੂੰ ਤੁਸੀਂ ਨੋਟਿਸ ਕੱਢ ਰਹੇ ਹੋ ਤੇ ਜਿਸ ਰਿਜ਼ੋਰਟ ਤੋਂ ਤੁਸੀਂ ਸਪਸ਼ਟੀਕਰਨ ਮੰਗ ਰਹੇ ਹੋ, ਤੁਹਾਡਾ ਮਹਿਕਮਾ ਮੰਗ ਰਿਹਾ ਤੇ ਉੱਥੇ ਵਿਆਹ ਕੀਤਾ। ਔਰ ਇਹ ਮੰਨਿਆ ਜਾ ਸਕਦਾ ਹੈ ਕਿ ਅਗਰ 7 ਨਵੰਬਰ ਦਾ ਵਿਆਹ ਹੈ ਤਾਂ ਘੱਟੋ ਘੱਟ ਫੋਰੈਸਟ ਹਿਲ ਰਿਜ਼ੋਰਟਸ ਤਾਂ ਮੈਨੂੰ ਲੱਗਦਾ ਵੀ 6-6 ਮਹੀਨੇ ਪਹਿਲਾਂ ਬੁਕਿੰਗਾਂ ਹੋ ਜਾਂਦੀਆਂ ਨੇ। ਕੀ ਇਹ ਨੋਟਿਸ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੇ ਲਈ ਕੱਢਿਆ ਗਿਆ ਸੀ? ਕੀ ਇਹ ਨੋਟਿਸ ਦਾ ਪਰਪਸ ਸਿਰਫ ਐਡਾ ਸੀ ਕਿ ਰਿਜ਼ੋਰਟ ਦੇ ਮਾਲਕ ਆ ਕੇ ਮਿਲ ਲੈਣ, ਗੱਲ ਕਰ ਲੈਣ? ਕਿਉਂਕਿ ਹੁਣ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਕਿ ਭਾਈ ਸਾਹਿਬ ਕੋਈ ਫਾਇਦਾ ਫੂਦਾ ਲਿਆ ਜੇ ਹੈਗਾ, ਜੇ ਤਾਂ ਕੋਈ ਬਿੱਲ ਬੁੱਲ 'ਚ ਘੱਟ ਕਰਤਾ ਉਹਨਾਂ ਨੇ ਫਿਰ ਤਾਂ ਸਾਨੂੰ ਵੀ ਦੱਸ ਦਿਓ, ਅਸੀਂ ਵੀ ਚੁੱਪ ਕਰ ਜਾਂਦੇ ਹਾਂ। ਨਹੀਂ, ਕਿਤੇ ਨਾ ਕਿਤੇ ਇਹ ਜਿਹੜੀ ਚੇਅਰ ਹੈ ਇਹ ਚੇਅਰ ਨੂੰ ਡਾਇਗਰੈਸ ਕਰਨ ਵਾਲੀ ਗੱਲ ਹੈ ਕਿ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਡਰਾਇਆ ਧਮਕਾਇਆ ਜਾ ਰਿਹਾ ਹੈ। ਔਰ ਇਹ ਉਹੀ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਨਾਂ ਅੰਮ੍ਰਿਤਸਰ ਦੇ ਵਿੱਚ ਕੁਲਚਿਆਂ ਦੇ ਵਿੱਚ ਵੀ ਆਇਆ ਸੀ। ਉੱਥੇ ਵੀ ਇਸੇ ਤਰੀਕੇ ਇੱਕ ਹੋਟਲ ਦਾ ਕਮਰਾ ਖਿਲਾਇਆ ਗਿਆ। ਬਾਅਦ ਦੇ ਵਿੱਚ ਜਦੋਂ ਕੋਈ ਪੈਸੇ ਦਾ ਰੌਲਾ ਪਿਆ ਜਾਂ ਉੱਥੇ ਹੋਰ ਕੋਈ ਈਗੋ ਹਰਟ ਹੋਈ, ਉਸ ਹੋਟਲ ਨੂੰ ਵੀ ਬੜੇ ਨੋਟਿਸ ਕੱਢੇ ਗਏ। ਸੋ ਨੋਟਿਸ ਕੱਢਣ ਦੇ ਪੈਮਾਨੇ ਕੀ ਨੇ ਪੰਜਾਬ ਦੇ ਵਿੱਚ? ਇਹ ਮੁੱਖ ਮੰਤਰੀ ਸਾਹਿਬ ਆ ਕੇ ਸਪਸ਼ਟ ਕਰਨ ਕਿ ਜਿਨ੍ਹਾਂ ਹੋਟਲਾਂ ਨੂੰ ਜਾਂ ਜਿਨ੍ਹਾਂ ਰਿਜ਼ੋਰਟਾਂ ਨੂੰ ਨੋਟਿਸ ਕੱਢੇ ਜਾਂਦੇ ਨੇ ਫਿਰ ਉੱਥੇ ਹੀ ਸਰਕਾਰੀ ਬੰਦੇ ਫੰਕਸ਼ਨ ਕਰ ਲੈਂਦੇ ਨੇ। ਔਰ ਉਸ ਤੋਂ ਬਾਅਦ ਇਹ ਨੋਟਿਸ ਦਾ ਕੀ ਕੀਤਾ ਹੈ ਤੇ ਕੋਈ ਅਗਲੇਰੀ ਕਾਰਵਾਈ ਕੀਤੀ ਗਈ, ਇਹਨੂੰ ਕਲੀਨ ਚਿੱਟ ਦਿੱਤੀ ਗਈ ਜਾਂ ਹਲੇ ਆਪਰੇਸ਼ਨ ਬੰਦ ਹੀ ਪਏ ਨੇ? ਇਹਦਾ ਕੋਈ ਜਵਾਬ ਅਗਰ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਫਿਰ ਆ ਕੇ ਦੇਵੇ। ਔਰ ਦੂਜੀ ਜਿਹੜੀ ਕਾਰਵਾਈ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਹੋਈ ਹੈ ਉਹਦੇ ਉੱਤੇ ਮੇਰੇ ਬਹੁਤ ਵੱਡੇ ਸ਼ੰਕੇ ਤੇ ਸਵਾਲ ਨੇ। ਦੇਖੋ, ਲਾਰੈਂਸ ਬਿਸ਼ਨੋਈ ਉਹ ਸ਼ਖਸ ਹੈ ਜਿਹਦੇ ਉੱਤੇ ਇਲਜ਼ਾਮ ਹੈ ਕਿ ਉਹਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ। ਹਾਲਾਂਕਿ ਉਹ ਇੱਕ ਗੈਂਗਸਟਰ ਹੈ, ਬਹੁਤ ਲੰਬੇ ਚੌੜੇ ਇਲਜ਼ਾਮਾਂ ਦੀ ਲਿਸਟ ਹੈ, ਪਤਾ ਨਹੀਂ ਕਿੰਨੇ ਕੁ ਮਰਡਰਸ 'ਚ ਉਹਦਾ ਨਾਂ ਹੈ, ਫਰੌਤੀਆਂ ਦੇ ਵਿੱਚ ਨਾਂ ਲਿਆ ਜਾਂਦਾ। ਪਰ ਪੰਜਾਬ ਦੇ ਵਿੱਚ ਉਹਦੀ ਅਹਿਮੀਅਤ ਤਾਂ ਹੈ ਕਿ ਉਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਰੱਖਿਆ ਗਿਆ ਕਿਉਂਕਿ ਉਹਨੇ ਸਿੱਧੂ ਮੂਸੇਵਾਲੇ ਦਾ ਮਰਡਰ ਪਲਾਨ ਕੀਤਾ ਤੇ ਮਰਡਰ ਕਰਵਾਇਆ। ਔਰ 8 ਮਹੀਨੇ ਪਹਿਲਾਂ ਉਹਦੀ ਇੱਕ ਇੰਟਰਵਿਊ ਹੁੰਦੀ ਹੈ ਜੇਲ੍ਹ ਦੇ ਵਿੱਚੋਂ।
ਜਿਹੜੀ ਕਿ ਕਥਿਤ ਤੌਰ ਤੇ ਕਹੀ ਜਾਂਦੀ ਹੈ ਕਿ ਉਹ ਬਠਿੰਡਾ ਜੇਲ੍ਹ ਦੀ ਇੰਟਰਵਿਊ ਹੈ। ਉਸ ਸਮੇਂ ਜਿੱਦਣ ਇੱਕ ਨਿੱਜੀ ਚੈਨਲ ਨੇ ਉਹਦੀ ਇੰਟਰਵਿਊ ਕੀਤੀ, ਉਸ ਤੋਂ ਬਾਅਦ ਸਰਕਾਰ ਦਾ ਡੀਜੀਪੀ ਦਾ ਸਪਸ਼ਟੀਕਰਨ ਆਇਆ ਕਿ ਇਹ ਜਿਹੜੀ ਇੰਟਰਵਿਊ ਹੈ ਇਹ ਪੰਜਾਬ ਦੀ ਜੇਲ੍ਹ ਦੀ ਨਹੀਂ, ਕਿਉਂਕਿ ਜਿਸ ਦਿਨ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਗਿਆ ਉਸ ਦਿਨ ਉਹਦਾ ਆਹ ਲੁੱਕ ਸੀ, ਉਸ ਤੋਂ ਬਾਅਦ ਉਹਨੇ ਆਹ ਕੱਪੜੇ ਪਾਏ ਹੋਏ ਨੇ ਜਦੋਂ ਉਹ ਪੰਜਾਬ ਦੇ ਵਿੱਚ ਘੁੰਮ ਰਿਹਾ। ਤੇ ਡੀਜੀਪੀ ਸਾਹਿਬ ਦੇ ਕਹਿਣ ਦੀ ਦੇਰ ਸੀ, ਅਗਲੇ ਦਿਨ ਹੀ ਦੁਬਾਰਾ ਇੰਟਰਵਿਊ ਆਈ, ਜਿਹੜੀ ਉਹਦੀ ਲੁੱਕ ਡੀਜੀਪੀ ਸਾਹਿਬ ਨੇ ਜਾਰੀ ਕੀਤੀ ਉਹਦੇ 'ਚ ਇੰਟਰਵਿਊ ਆਈ, ਔਰ ਡੀਜੀਪੀ ਸਾਹਿਬ ਮੁੜ ਕੇ ਅੱਜ ਤੱਕ ਉਸ ਗੱਲ ਦਾ ਸਪਸ਼ਟੀਕਰਨ ਦੇਣ ਦੇ ਲਈ ਨਹੀਂ ਆਏ। ਔਰ 7-8 ਮਹੀਨਿਆਂ ਤੋਂ ਸਰਕਾਰ ਉਹਦੀ ਜਾਂਚ ਕਰ ਰਹੀ ਸੀ, ਔਰ ਸਰਕਾਰ ਲਗਾਤਾਰ ਇਹ ਦਾਅਵਾ ਕਰ ਰਹੀ ਹੈ ਕਿ ਜੀ ਇਹ ਬਠਿੰਡਾ ਜੇਲ੍ਹ ਦੀ ਇੰਟਰਵਿਊ ਨਹੀਂ, ਇਹ ਕਿਤੇ ਬਾਹਰ ਦੀ ਇੰਟਰਵਿਊ ਹੈ, ਪਰ ਕੋਈ ਉਸ ਕਮੇਟੀ ਦਾ ਫਾਈਨਲ ਨਤੀਜਾ ਨਹੀਂ ਆਇਆ। ਅੰਤ ਦੇ ਵਿੱਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਉਹਦਾ ਸੂਓ ਮੋਟੋ ਐਕਸ਼ਨ ਲੈਣਾ ਪਿਆ। ਸੂਓ ਮੋਟੋ ਐਕਸ਼ਨ ਲੈ ਕੇ ਉਹਦੇ 'ਚ ਜਵਾਬ ਤਲਬੀ ਕਰਨੀ ਪਈ। ਤੇ ਹੈਰਾਨੀ ਦੀ ਗੱਲ ਹੈ, ਕੱਲ ਜਿਹੜਾ ਜਵਾਬ ਸਾਡੀ ਪੰਜਾਬ ਸਰਕਾਰ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਹੈ, ਉਹਦੇ 'ਚ ਸਰਕਾਰ ਸਿਰਫ ਇੰਨੀ ਕੁ ਗੱਲ ਕਹਿ ਸਕੀ ਹੈ ਕਿ ਜੀ ਇਹ ਇੰਟਰਵਿਊ ਪੰਜਾਬ ਦੀ ਨਹੀਂ। ਦੇਖੋ 8 ਮਹੀਨਿਆਂ ਦੇ ਵਿੱਚ ਪੰਜਾਬ ਪੁਲਿਸ ਇਸ ਗੱਲ ਤੇ ਸਪਸ਼ਟੀਕਰਨ ਨਹੀਂ ਦੇ ਸਕੀ ਕਿ ਅਗਰ ਇਹ ਪੰਜਾਬ ਦੀ ਇੰਟਰਵਿਊ ਨਹੀਂ, ਅਗਰ ਇਹ ਬਠਿੰਡਾ ਜੇਲ੍ਹ ਦੀ ਇੰਟਰਵਿਊ ਨਹੀਂ, ਫਿਰ ਇੰਟਰਵਿਊ ਕਿੱਥੇ ਹੋਈ ਹੈ। ਔਰ ਇੰਨੀ ਗੱਲ ਕਹਿ ਕੇ ਹਾਈ ਕੋਰਟ ਤੋਂ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਦੀ ਨਹੀਂ, ਪਰ ਫਿਰ ਉਸ ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਹੁਤ ਸਖਤ ਲਫ਼ਜ਼ ਯੂਜ਼ ਕੀਤੇ। ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦਾ ਜਵਾਬ ਕਿ ਜੀ ਇਹ ਪੰਜਾਬ ਦੀ ਇੰਟਰਵਿਊ ਨਹੀਂ, ਇਹ ਬਠਿੰਡਾ ਜੇਲ੍ਹ ਦੀ ਇੰਟਰਵਿਊ ਨਹੀਂ, ਇਹ ਕਾਫੀ ਨਹੀਂ। ਕੀ ਤੁਸੀਂ 8 ਮਹੀਨਿਆਂ ਦੇ ਵਿੱਚ ਸਿਰਫ ਇੰਨੀ ਕੁ ਚੀਜ਼ ਪਤਾ ਕੀਤੀ ਹੈ? ਇਹ ਤਾਂ ਪਹਿਲੇ ਦਿਨੋਂ ਹੀ ਪੁਲਿਸ ਕਹਿ ਰਹੀ ਹੈ ਕਿ ਜੀ ਇਹ ਪੰਜਾਬ ਦੀ ਜੇਲ੍ਹ ਦੀ ਨਹੀਂ, ਇਹ ਬਠਿੰਡਾ ਜੇਲ੍ਹ ਦੀ ਨਹੀਂ, ਔਰ 8 ਮਹੀਨਿਆਂ ਦੇ ਵਿੱਚ ਹਾਈ ਕੋਰਟ ਨੇ ਸਪੈਸੀਫਿਕ ਕੀਤਾ ਕਿ ਸਿਰਫ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਐਡੀ ਕੀ ਜਾਂਚ ਕੀਤੀ ਹੈ। ਦੇਖੋ ਬੜੀ ਨਮੋਸ਼ੀ ਦੀ ਗੱਲ ਹੈ, ਕਿਉਂਕਿ ਪੰਜਾਬ ਦੇ ਲਾਅ ਐਂਡ ਆਰਡਰ ਦੇ ਜਿਹੜੇ ਹਾਲਾਤ ਨੇ ਉਹ ਕਿਸੇ ਤੋਂ ਛੁਪੇ ਨਹੀਂ। ਕਿਸ ਤਰੀਕੇ ਉਰੇ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਫਰੌਤੀਆਂ ਦਿੱਤੀਆਂ ਜਾ ਰਹੀਆਂ ਨੇ, ਕਤਲ ਹੋ ਰਹੇ ਨੇ, ਚਾਹੇ ਉਹ ਖਿਡਾਰੀ ਹੋਣ ਚਾਹੇ ਵਪਾਰੀ ਹੋਣ, ਪੁਲਿਸ ਥਾਣਿਆਂ ਦੇ ਉੱਤੇ ਕਬਜ਼ਾ, ਇਹ ਪੰਜਾਬ ਦੀ ਕਹਾਣੀ ਬਣ ਚੁੱਕੀ ਹੈ। ਇਹ ਪੰਜਾਬ ਦਾ ਇੱਕ ਹਿੱਸਾ ਬਣ ਚੁੱਕਿਆ ਰੂਟੀਨ ਲਾਈਫ ਦਾ, ਜੋ ਭਗਵੰਤ ਮਾਨ ਸਰਕਾਰ ਦੀ ਇਸ ਨੂੰ ਦੇਣ ਹੈ। ਕੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ? ਕੀ ਸਰਕਾਰ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਦੇ ਪਿੱਛੇ ਘੁੰਮਣਾ ਜਾਂ ਉਹਨੂੰ ਲੀਡਰ ਬਣਾਉਣ ਦੀ ਹੈ? ਕਿਉਂਕਿ ਪੰਜਾਬ ਨੇ ਬਹੁਤ ਖਮਿਆਜ਼ਾ ਭੁਗਤਿਆ ਹੈ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਦਾ। ਹਜ਼ਾਰਾਂ ਕਰੋੜ ਰੁਪਈਆ ਅਰਵਿੰਦ ਕੇਜਰੀਵਾਲ ਤੇ ਖਰਚਿਆ ਗਿਆ। ਸਾਡੀ ਸਰਕਾਰ 6 ਮਹੀਨੇ ਬਾਹਰਲੇ ਸੂਬਿਆਂ 'ਚ ਘੁੰਮਦੀ ਰਹੀ ਤੇ ਪਿੱਛੇ ਪੰਜਾਬ ਦੇ ਹਾਲਾਤ ਕਿ ਜੇਲ੍ਹਾਂ 'ਚੋਂ ਇੰਟਰਵਿਊ, ਮੁੱਖ ਮੰਤਰੀ ਦਾ ਮਹਿਕਮਾ ਤੇ ਹਾਈ ਕੋਰਟ ਨੂੰ ਪੁੱਛਣਾ ਪੈ ਰਿਹਾ ਕਿ ਇਹਦੇ ਤੇ ਜਵਾਬ ਦਿਓ, ਉੱਥੇ ਵੀ ਜਵਾਬ ਨਹੀਂ ਤੇ ਅਸੀਂ ਖੜੇ ਕਿੱਥੇ ਹਾਂ? ਤੇ ਸਾਡੀ ਸਰਕਾਰ ਕਰ ਕੀ ਰਹੀ ਹੈ? ਅੱਜ ਇੱਕ ਨਵਾਂ ਇਲਾਹੀ ਫਰਮਾਨ ਸਾਡੀ ਸਰਕਾਰ ਨੇ ਜਾਰੀ ਕੀਤਾ, ਉਹ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਰਹੀ ਹੈ ਪੰਜਾਬ ਸਰਕਾਰ। ਕਾਹਦੇ ਕਰਕੇ? ਕਿ ਜੀ ਉੱਥੇ ਮੁੱਖ ਮੰਤਰੀ ਸਾਹਿਬ ਦੀ ਸਿਕਿਉਰਿਟੀ ਨੇ ਰੁਕਣਾ। ਮੈਂ ਹੈਰਾਨ ਹਾਂ ਇਸ ਗੱਲ ਤੇ ਕਿ ਵੀਆਈਪੀ ਕਲਚਰ ਦੇ ਖਿਲਾਫ ਬੋਲਣ ਵਾਲੇ, ਵੀਆਈਪੀ ਕਲਚਰ ਨੂੰ ਇਹ ਕਹਿਣ ਵਾਲੇ ਕਿ ਜੀ ਮੈਂ ਤਾਂ ਉਹ ਦਿਨ ਲਈ ਮੁੱਖ ਮੰਤਰੀ ਬਣਨਾ ਚਾਹੁੰਦਾ ਜਾਂ ਉਹ ਦਿਨ ਲਈ ਰਾਜਨੀਤੀ 'ਚ ਆਇਆ ਕਿ ਅਸੀਂ ਲਾਈਨਾਂ ਦੇ ਵਿੱਚ ਖੜ ਕੇ ਸਿਲੰਡਰ ਖਰੀਦੀਏ। ਇਹੀ ਕਹਿੰਦੇ ਹੁੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ। ਤੇ ਹੁਣ ਆ ਸਰਕਾਰ ਦੀਆਂ ਅੱਜ 2 ਨੋਟੀਫਿਕੇਸ਼ਨਾਂ ਇਹ ਮਜੀਠੀਆ ਸਾਹਿਬ ਨੇ ਵੀ ਜਾਰੀ ਕੀਤੀਆਂ ਨੇ ਤੇ ਮੈਂ ਤੁਹਾਨੂੰ ਵੀ ਦੱਸ ਦਿੰਦਾ। ਪਹਿਲੀ ਨੋਟੀਫਿਕੇਸ਼ਨ ਹੈ ਕਿ 16/12 ਨੂੰ ਪੇਰੈਂਟ ਟੀਚਰ ਮੀਟਿੰਗ ਰੱਖੀ ਜਾਵੇ। ਬਹੁਤ ਚੰਗਾ, ਮੈਂ ਕਹਿੰਦਾ ਕਿ ਅੱਗੇ ਵੀ ਹੁੰਦਾ ਆਇਆ ਪੇਰੈਂਟ ਟੀਚਰ ਮੀਟਿੰਗ ਸਰਕਾਰੀ ਸਕੂਲਾਂ 'ਚ ਹੁੰਦੀਆਂ ਆਈਆਂ ਨੇ, ਪਰ ਇਹ ਬਦਲਾਅ ਵਾਲੀ ਸਰਕਾਰ ਨੇ ਪਹਿਲੀ ਵਾਰ ਕੀਤਾ ਕਿ ਪੇਰੈਂਟ ਟੀਚਰ ਮੀਟਿੰਗ ਨੂੰ ਕੈਂਸਲ ਕਰਕੇ ਇਹ ਨਵਾਂ ਫਰਮਾਨ ਜਾਰੀ ਹੋਇਆ ਕਿ ਸਕੂਲ ਦੇ ਵਿੱਚ ਛੁੱਟੀ ਕਰ ਦਿਓ। ਕਿਉਂ ਕਰ ਦਿਓ? ਕਿਉਂਕਿ ਉੱਥੇ ਮੁੱਖ ਮੰਤਰੀ ਸਾਹਿਬ ਦੀ ਰੈਲੀ ਹੈ ਤੇ ਮੁੱਖ ਮੰਤਰੀ ਸਾਹਿਬ ਦੀ ਸਿਕਿਉਰਿਟੀ ਨੇ ਰੁਕਣਾ। ਤੁਸੀਂ ਦੇਖੋ ਵੀ ਕਦੇ ਕਿਸੇ ਨੇ ਇਹ 70 ਸਾਲਾਂ ਦੇ ਵਿੱਚ ਦੇਖਿਆ ਸੀ ਕਿ ਸਕੂਲਾਂ 'ਚ ਇਸ ਤਰੀਕੇ ਛੁੱਟੀਆਂ ਕਰਾਈਆਂ ਜਾਣ ਤਾਂ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਉੱਥੇ ਠਹਿਰ ਸਕੇ? ਇਹਦੀ ਜਵਾਬਦੇਹੀ ਕੌਣ ਦੇਊਗਾ? ਮੁੱਖ ਮੰਤਰੀ ਸਾਹਿਬ ਦੇਣਗੇ, ਐਜੂਕੇਸ਼ਨ ਮਿਨਿਸਟਰ ਸਾਹਿਬ ਦੇਣਗੇ, ਕਿਉਂਕਿ ਕਿਤੇ ਨਾ ਕਿਤੇ ਇਹ ਪੰਜਾਬ ਦੇ ਬੱਚਿਆਂ ਦੇ ਨਾਲ ਧੋਖਾ, ਇਹ ਉਹਨਾਂ ਦੇ ਭਵਿੱਖ ਦੇ ਨਾਲ ਖੇਡਣਾ। ਸੋ ਇਹਦੇ ਉੱਤੇ ਵੀ ਮੈਂ ਮੰਗਦਾ ਜਵਾਬ ਕਿ ਸਰਕਾਰ ਜਵਾਬ ਦੇਵੇ।
क्योंकि आए दिन सरकार दे उत्ते लगातार इस ते बहुत ज़्यादा सवाल उठ रहे हैं। सो इस तरीके दियां जिहड़ियां कार्रवाइयां साडी पंजाब सरकार कर रही है, इहदी जवाबदेही किहदी है? क्योंकि अनएम्पलॉयमेंट वधदी जा रही है हर एक सैक्टर दे विच, चाहे वह गवर्नमेंट इंपलॉयज़ ने जिहड़े मुख मंत्री दा किसी समय स्वागत करते हुंदे सी, अज वो मुख मंत्री मुर्दाबाद दे नारे ला रहे हैं सैकटरीएट दे विच। कि ये मुख मंत्री की जिम्मेवारी नहीं? कि मुख मंत्री का काम सिर्फ तो सिर्फ इवेंट्स करना है? कि मुख मंत्री का काम सिर्फ तो सिर्फ पंजाब का पैसा फूक के पंजाब दियां पुरानियां बादल साहब दियां चल रही स्कीमां नूं दोबारा इवेंट करके दसना है कि पंजाब दे विच स्कीम चल रही है? आटा दाल स्कीम होवे या पंजाब दे विच जिहड़ी तीरथ यात्रा है, ये सारियां बादल साहब दियां स्कीमां ने। पंजाब दे विच आम आदमी पार्टी ने अपना की कीता? सो ये मुद्दों ते ये जिहड़े तीन अहम मुद्दे ने, इन्हां ते अज मैं पंजाब सरकार का स्पष्टीकरण मंगदा। हालांकि हुणी मैनू ये दस रहे हैं कि कोई दोबारा फिर ये रौला पैन तो बाद एक नोटिफिकेशन जारी किया गया। नोटिफिकेशन जारी किया गया, जिला सिक्ख्या अफसर दोनों सीनियर सैकेंडरी तो जवाब मांग लिया गया कि तुसी किस दे कहण ते नोटिस जारी किया गया और सीएम दे वल्लों जदों तुहानूं क्या नहीं गया नोटिस जारी क्यों होया? जेकर जवाब कल भी नहीं होंदी तो तुहाडे खिलाफ डिसिप्लिनरी एक्शन लिया जा सकदा। देखो ये अपने आप च ये तो भी मंदभागा कि जदों अपनी सरकार दे पुट्ठे फैसलियां दा विरोध होवे ते ओदी गाज अफसरां ते सिੱਟਣੀ। ਇਹ मेरे हिसाब नाल तो मंदभागी गल नहीं कि रैली होवे मुख मंत्री दी, सिक्योरिटी मुख मंत्री दी ठहरनी होवे, अफसर तो तुसी कह के नोटिफिकेशन कढाओ ते फिर जो रौला पै जे ते उस अफसर ते एक्शन लो। मैं तो अफसर नूं भी कहूँगा कि जे उहदे कोले ये चीज़ां दा कोई प्रूफ है वो जनतक भी करन कि किहदे ऑर्डरां ते नोटिस निकले सी, क्योंकि सरकार दे ऑर्डर तो बिना मैं नहीं समझदा कि किसी अफसर दी एडी जुर्रत है कि वो ये कह दे कि जी मुख मंत्री की सिक्योरिटी ने रुकना, स्कूल खाली करा दिओ। सो सिक्ख्या मंत्री तो घट ये ऑर्डर नहीं हो सकते। सो ये तीनों गल्लां दे जिहड़े जवाब ने वो पंजाब सरकार आके दवे, क्योंकि ये बहुत सीरीयस लैप्स है। चाहे अपने मंत्री की पोजीशन का नजायज़ इस्तेमाल करना, फेवर्स लेने, या इस तरीके स्कूलों के छुट्टियां करनियां, या हाई कोर्ट दे विच गलत एफिडेविट दाखिल करके अपना पिछा छुड़ाउणा, ये तीनों पंजाब दे अज दे बहुत सीरीयस इशूज़ ने। ये तिन्ना इशूज़ ते मैं कहना कि इशू बेस्ड आके जवाब दिओ। अकाली दल ते हुण सुखबीर सिंह बादल होरां ने जिहड़ी माफी मंगी है, उहनूं लैके बड़े सवाल कर रहे हैं। कांग्रेस साफ तौर पर कह रही है, कहते कि माफी हुण पंथक लोकां तो नहीं जां संगत तो नहीं मंग रहे, सगों भाजपा तो मंग रहे कि दोबारा गठजोड़ कर लिया जाए। कौन कह रहे हैं जी? प्रताप सिंह बाजवा का बयान। देखो पुगल साहब, पहला तो मैं इस गल ते पुछना चाहना कि कांग्रेस भी सिੱਖੀ ਦੇ ਉੱਤੇ कुछ बोलूगी? कांग्रेस भी साडी मर्यादा है जिहड़ी जिहड़ी सिੱਖਾਂ ਦੀ कोई मर्यादा चली आ रही है कि अकाल तख्त साहब दे बारे कि कांग्रेस भी बोलूगी? वो जमात जिन्हां ने अकाल तख्त साहब ढਹਿ ਢੇਰੀ करता, जिन्हां ने उत्थे टैंकां तोपां चढ़ा के, हुण कांग्रेस भी ये चीज़ दस्सिया करूगी कि माफ़ी सिੱਖ ने किवें मंगनी है, कि हुण माफ़ी भी वाया गांधी परिवार सिੱਖ मंगणगे। सो मैं कांग्रेस नूं, प्रताप बाजवा साहब नूं कहूँगा कि तुसीं धार्मिक गल्लां ते तां बोले ही ना करो। मैनूं लगदा कांग्रेस दे तां बुलारियां दे मूँह चों शोभा ही नहीं दिंदा, क्योंकि 84 दी कातल कांग्रेस, दरबार साहब ते अटैक करने वाली कांग्रेस। सो कांग्रेस सानूं किसी भी तरह की कांग्रेस नसीहत ना देवे घट्टो घट्ट। सीएम की स्टेटमेंट आई है कि अपराध की कोई माफी नहीं होंदी, कहंदे पंजाब माफ नहीं करदा। देखो मैं मुख मंत्री साहब भगवंत मान साहब का कल का बयान जिहड़ा तुसीं कोट कर रहे हो, मैं भगवंत मान साहब का भी बयान सुनिया, कहते गुनाह दी कहते माफ़ी नहीं होंदी। मैं मुख मंत्री साहब नूं पुछना चाहुंदा कि सरदार सुखबीर सिंह बादल साहब ने कल अकाल तख्त साहब की हदूद दे विच खड़े होके श्रोमणी अकाली दल के 103वें स्थापना दिवस ते ਇਹ ਗੱਲ ਕੀਤੀ कि श्रोमणी अकाली दल की सरकार दे विच ਜਿਹੜੀਆਂ ਬੇਅਦਬੀਆਂ ਹੋਈਆਂ बहुत मंदभागी गल है। और तुसी मैनूं लगदा मेरियां ही किन्नियां प्रेस कॉन्फ्रेंसिस अटेंड कीतियां होणीਆਂ, मैं हर एक प्रेस कॉन्फ्रेंस जिथे ये गल कीती उत्थे कहा कि दिलों अफसोस है कि अकाली दल की सरकार दे विच ये चीज़ हुई, सरकार का फेलीयर, इंटैलीजेंस एजेंसियां का फेलीयर। और ਉਹਦੇ ਲਈ कल सरदार सुखबीर सिंह बादल ने एक निमाणे सिख वांगू अकाल तख्त साहब के सन्मुख होके पल्ला अड्ड के अपनी झोली च माफ़ी मंगी है कि अगर सरकार दीयां गलतियां से असीं मानते हैं कि पंथक सरकार सी, उस सरकार दे विच बेअदबियां नहीं रोक सके। ये बहुत मंदभागी गल है।
ਪਰ ਮੁੱਖ ਮੰਤਰੀ ਸਾਹਿਬ ਨੂੰ ਮੇਰਾ ਇੱਕ ਸਵਾਲ ਹੈ ਕਿ ਉਹ ਜਿਹੜੀ ਬੇਅਦਬੀ ਹੈ ਉਹ ਤੇ ਸਿਆਸਤ ਕਰਨ ਵਾਲੇ ਲੋਕਾਂ ਨੇ ਉਹ ਬੇਅਦਬੀਆਂ ਦਾ ਹੱਲ ਕਿਉਂ ਨਹੀਂ ਕੀਤਾ? ਕਾਂਗਰਸ ਨੇ ਬਹੁਤ ਸਿਆਸਤ ਤਾਂ ਕੀਤੀ, ਹਾਲਾਂਕਿ ਮੈਂ ਇਹਨੂੰ ਲੈ ਕੇ ਕਿਸੇ ਵੀ ਇਲਜ਼ਾਮ ਤਰਾਸ਼ੀਆਂ ਦੇ ਦੌਰ 'ਚ ਨਹੀਂ ਪੈਣਾ ਚਾਹੁੰਦਾ। ਕੀ ਉਸ ਤੋਂ ਬਾਅਦ ਪੰਜਾਬ ਬੇਅਦਬੀਆਂ ਤੇ ਮੁਕਤ ਹੋ ਗਿਆ? ਜਿਹੜੇ ਲੋਕਾਂ ਨੇ ਸੌਹਾਂ ਖਾਧੀਆਂ ਖੜ ਕੇ, ਕਾਂਗਰਸ ਦੇ ਰਾਜ ਦੇ ਵਿੱਚ ਪੌਣੇ 200 ਬੇਅਦਬੀ ਹੋਈ, ਤੇ ਜਿਹਦੇ 'ਚ ਸਭ ਤੋਂ ਵੱਡੀ ਬੇਅਦਬੀ ਜਿਹੜੀ ਮੈਂ ਮੰਨਦਾ, ਦੇਖੋ ਹਰ ਇੱਕ ਬੇਅਦਬੀ ਵੱਡੀ ਹੈ, ਪਰ ਅਕਾਲ ਤਖਤ ਸਾਹਿਬ ਦੇ ਹਰਮੰਦਰ ਸਾਹਿਬ ਦਾ ਕੰਪਲੈਕਸ, ਹਰਮੰਦਰ ਸਾਹਿਬ ਸਿੱਖੀ ਦਾ ਧੁਰਾ, ਉਹਦੇ 'ਚ ਚੰਨੀ ਸਰਕਾਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਚੰਨੀ ਸਾਹਿਬ ਤੇ ਸੁੱਖੀ ਰੰਧਾਵਾ ਨੇ ਅੰਦਰ ਖੜ ਕੇ ਸਹੁੰ ਖਾਧੀ ਕਿ ਇੱਕ ਹਫ਼ਤੇ 'ਚ ਦੋਸ਼ੀ ਫੜ ਦਿਆਂਗੇ। ਕੀ ਅੱਜ ਤੱਕ ਉਹ ਦੋਸ਼ੀ ਫੜੇ ਗਏ? ਭਗਵੰਤ ਮਾਨ ਸਾਹਿਬ ਦੀ ਸਰਕਾਰ, ਕੀ ਬੇਅਦਬੀਆਂ ਬੰਦ ਹੋ ਗਈਆਂ? ਕੱਲ ਜਿਹੜੇ ਗੁਨਾਹ ਦੀ ਗੱਲ ਕਰ ਰਹੇ ਸੀ, ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮੈਨੂੰ ਇਹ ਗੱਲ ਦੱਸੋ ਕਿ ਮਰਿੰਡੇ 'ਚ ਬੇਅਦਬੀ ਹੋਈ, ਆਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ, ਪਟਿਆਲੇ ਦੇ ਵਿੱਚ, ਸਨੌਰ ਦੇ ਵਿੱਚ ਬੇਅਦਬੀ ਹੋਈ, ਤੇ ਸਭ ਤੋਂ ਵੱਡਾ ਸੁਲਤਾਨਪੁਰ ਲੋਧੀ ਦੇ ਵਿੱਚ 1984 ਤੋਂ ਬਾਅਦ ਅਗਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਐਂਟਰ ਹੋਈ, ਗੋਲੀਆਂ ਚਲਾਈਆਂ, ਤਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ, ਹੋਮ ਮਿਨਿਸਟਰ ਕੌਣ, ਤੇ ਫਿਰ ਇਹ ਗੁਨਾਹ ਦਾ ਜਵਾਬ ਕੌਣ ਦੇਊਗਾ? ਕੀ ਭਗਵੰਤ ਮਾਨ ਸਾਹਿਬ ਦੱਸਣਗੇ ਗੁਨਾਹ ਕੀ ਹੈ? ਜਿਨ੍ਹਾਂ ਨੇ ਪੰਜਾਬ ਦੇ ਬੇਦੋਸ਼ੇ ਨੌਜਵਾਨਾਂ ਨੂੰ NSA ਲਾ ਕੇ, ਉਹ ਵੀ ਕਾਂਗਰਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਪੰਜਾਬ 'ਚ NSA ਲਾ ਕੇ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਸਿੱਟਦੇ, ਇਹ ਦੱਸਣਗੇ? ਮਤਲਬ ਜਵਾਬ ਤਾਂ ਦੇਣਾ ਪਊਗਾ ਨਾ ਮੁੱਖ ਮੰਤਰੀ ਸਾਹਿਬ ਨੂੰ। ਇਹ ਜਵਾਬ ਤੋਂ ਮੁੱਖ ਮੰਤਰੀ ਸਾਹਿਬ ਭੱਜ ਕਿੱਦਾਂ ਸਕਦੇ ਨੇ? ਇਹਨਾਂ ਦੇ ਬੁਲਾਰੇ ਕਿੱਦਾਂ ਭੱਜ ਸਕਦੇ ਨੇ? ਮੈਂ ਇਸ ਗੱਲ ਤੇ ਬਹੁਤ ਹੈਰਾਨ ਆ। ਔਰ ਦੂਜੀ ਗੱਲ ਹੈ, ਇਹ ਉਹ ਲੋਕ ਨੇ ਜਿਨ੍ਹਾਂ ਨੇ ਹੁਣੀ ਪਿੱਛੇ ਜੇ ਇੱਕ ਫਰਜ਼ੀ ਐਕਟ ਪਾਸ ਕੀਤਾ, ਸੈਂਟਰਲ ਐਕਟ ਨੂੰ ਅਮੈਂਡ ਕੀਤਾ, ਜਿਹੜਾ ਕਿ ਹੁਣ ਰਾਸ਼ਟਰਪਤੀ ਸਾਹਿਬ ਕੋਲੇ ਚਲਾ ਗਿਆ। ਉਹ ਐਕਟ ਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ ਜੀ ਅਕਾਲ ਤਖਤ ਸਾਹਿਬ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਹੈ। ਇਹ ਲੋਕ ਜਿਹੜੇ ਅਕਾਲ ਤਖਤ ਸਾਹਿਬ ਉਹਨੂੰ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਹੈ, ਇਹ ਲੋਕ ਸਾਨੂੰ ਦੱਸਣਗੇ ਕਿ ਹੁਣ ਬਤੌਰ ਨਿਮਾਣੇ ਸਿੱਖ ਤੇ ਜਿਹੜੀ ਸਾਡੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ ਭਾਵਨਾਤਮਕ ਗੱਲ ਹੈ, ਜਿਹੜੀ ਉਹਨਾਂ ਦੀ ਪੰਥ ਤੋਂ ਮਾਫੀ ਹੈ, ਕੀ ਹੁਣ ਕੇਜਰੀਵਾਲ ਦੱਸੂਗਾ ਕਿ ਉਹ ਸਿੱਖਾਂ ਦੀ ਮਰਿਆਦਾ ਕੀ ਹੈ? ਸੋ ਇਹ ਲੋਕ ਘੱਟੋ ਘੱਟ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਜਿਹੜੇ ਸਾਡੇ ਸਿੱਖੀ ਦੇ ਵਿੱਚ ਮਰਿਆਦਾ ਨੇ, ਇਹ ਉਹਨਾਂ ਤੇ ਮੈਂ ਕਹਿੰਦਾ ਲੈਕਚਰ ਨਾ ਦੇਣ। ਬਹੁਤ ਗੱਲਾਂ ਨੇ ਮੈਂ ਕਹਿ ਸਕਦਾ, ਪਰ ਉਹ ਕਿਉਂਕਿ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਾਰੀ ਗੱਲ ਲੋਕਾਂ ਦੇ ਵਿੱਚ ਰੱਖਤੀ ਹੈ, ਮੈਂ ਨਹੀਂ ਸਮਝਦਾ ਕਿ ਉਹਦੇ 'ਚ ਹੁਣ ਕਿਸੇ ਵੀ ਕਿਸਮ ਦੀ ਟਿੱਪਣੀ ਦੀ ਲੋੜ ਹੈ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਿਲਕੁਲ ਕਲੀਅਰ ਕਰ ਚੁੱਕੇ ਨੇ। ਪਰ ਹਾਂ, ਮੈਂ ਇੱਕ ਗੱਲ ਜਾਂਦੇ ਜਾਂਦੇ ਜ਼ਰੂਰ ਕਹੂੰਗਾ ਕਿ ਬੇਅਦਬੀਆਂ ਦੇ ਉੱਤੇ ਜ਼ਰੂਰ ਜਿਹੜੀਆਂ ਅੱਜ ਵੀ ਹੋ ਰਹੀਆਂ ਨੇ, ਉਹਨਾਂ ਦੇ ਉੱਤੇ ਸਰਕਾਰਾਂ ਕਾਰਵਾਈ ਕਰਨ। ਕਿਉਂ ਸਰਕਾਰਾਂ ਕਾਰਵਾਈ ਕਰਨ ਦੇ ਵਿੱਚ ਨਾਕਾਮ ਨੇ? ਇਹ ਲਗਾਤਾਰ ਹੋ ਰਹੀਆਂ ਨੇ, ਇਹ ਹਮਲੇ ਲਗਾਤਾਰ ਹੋ ਰਹੇ ਨੇ। ਔਰ ਮੈਂ ਸਿੱਖ ਪੰਥ ਦੀਆਂ ਉਹ ਸ਼ਖਸੀਅਤਾਂ ਨੂੰ ਵੀ ਕਹੂੰਗਾ ਕਿ ਇਹਨਾਂ ਤੇ ਵੀ ਜ਼ੋਰ ਸ਼ੋਰ ਨਾਲ ਆਵਾਜ਼ ਚੱਕਣੀ ਬਣਦੀ ਹੈ, ਕਿਉਂਕਿ ਅੱਜ ਜਿਹੜਾ ਇਹ ਹਮਲਾ, ਇਹ ਹੁਣ ਕੌਮ ਤੇ ਹਮਲਾ ਸ਼ੁਰੂ ਹੋ ਗਿਆ, ਸਾਡੀਆਂ ਧਾਰਮਿਕ ਸੰਸਥਾਵਾਂ ਤੇ ਹਮਲਾ ਸ਼ੁਰੂ ਹੋ ਗਿਆ, ਸਾਡੇ ਗੁਰੂ ਘਰਾਂ ਤੇ ਹਮਲਾ ਸ਼ੁਰੂ ਹੋ ਗਿਆ। ਇਹ ਗੱਲ ਕਿਸੇ ਗਲਤ ਪਾਸੇ ਨੂੰ ਜਾ ਰਹੀ ਹੈ। ਤੇ ਅੱਜ ਇਕੱਠੇ ਹੋ ਕੇ, ਜੋ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਅੱਜ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਪਹਿਲਾਂ ਅਸੀਂ ਆਪਣੀਆਂ ਸੰਸਥਾਵਾਂ ਬਚਾਈਏ, ਪਹਿਲਾਂ ਜਿਹੜੇ ਹਮਲੇ ਹੋ ਰਹੇ ਨੇ ਇਹਨਾਂ ਨੂੰ ਰੋਕੀਏ। ਇਹ ਜਿਹੜੀਆਂ ਨਿੱਜੀ ਇਲਜ਼ਾਮ ਤਰਾਸ਼ੀਆਂ ਨੇ, ਕੋਈ ਕੀ ਕਹਿੰਦਾ, ਮੈਂ ਉਹਨੂੰ ਮਾਇਨੇ ਨਹੀਂ ਦਿੰਦਾ। ਜਦੋਂ ਇੱਕ ਸਿੱਖ ਨੇ, ਇੱਕ ਗੁਰਸਿੱਖ ਨੇ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਵਿੱਚ ਖੜੇ ਹੋ ਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਤੀ, ਤਾਂ ਫਿਰ ਉਹਦੇ ਮੂਹਰੇ ਨਾ ਤਾਂ ਬਾਜਵਾ ਸਾਹਿਬ ਦੀ ਗੱਲ ਕੋਈ ਮੈਟਰ ਕਰਦੀ ਹੈ, ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਮੈਟਰ ਕਰਦੀ ਹੈ, ਕਿਉਂਕਿ ਇਹ ਲੋਕ ਆਪਣੇ ਗੁਨਾਹ ਛੁਪਾਉਣ ਲਈ ਬੋਲਦੇ ਤਾਂ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਇੱਕ ਗੁਰਸਿੱਖ ਤੇ ਪਰਮਾਤਮਾ ਔਰ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਲੋਕਾਂ ਦੀ ਕੋਈ ਹੈਸੀਅਤ ਵੀ ਹੈ। ਸਰ ਉਹ ਕਹਿੰਦੇ ਗੁਨਾਹ ਅਸੀਂ ਇਸ ਕਰਕੇ ਕਹਿ ਰਹੇ ਹਾਂ, ਬੇਅਦਬੀਆਂ ਹੋਈਆਂ, ਮੰਨ ਲਿਆ ਕਿ ਚਲੋ ਨਹੀਂ ਪਤਾ ਲੱਗਦਾ। ਉਸ ਤੋਂ ਬਾਅਦ ਕੋਟਕਪੁਰਾ ਚੌਂਕ ਦੇ ਵਿੱਚ ਸਿੱਖ ਸੰਗਤ ਨਾਲ ਧੱਕਾ ਹੋਇਆ, ਉਹੀ ਪੁਲਿਸ ਪਾਰਟੀ ਉਸ ਤੋਂ ਬਾਅਦ ਅੱਗੇ ਜਾਂਦੀ ਹੈਗੀ ਬਾਈਬਲ ਕਲਾਂ ਵੱਲ ਨੂੰ। ਰਾਸਤੇ ਦੇ ਵਿੱਚ 2 ਨੌਜਵਾਨਾਂ ਦਾ ਕਤਲ ਹੁੰਦਾ ਹੈ, ਜਿਹਦੀਆਂ ਗੋਲੀਆਂ ਚਲਾਈਆਂ ਜਾਂਦੀਆਂ, ਖੋਲ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ। ਗਲਤੀ ਉਹ ਹੁੰਦੀ ਹੈ ਜਿਹੜੀ ਅਣਜਾਣੇ 'ਚ ਹੋਵੇ, ਪਰ ਜਿਹੜਾ ਕ੍ਰਾਈਮ ਜਾਣਬੁੱਝ ਕੇ ਕੀਤਾ ਗਿਆ ਹੋਵੇ ਉਸ ਨੂੰ ਗਲਤੀ ਨਹੀਂ ਕਿਹਾ ਜਾ ਸਕਦਾ। ਦੇਖੋ, ਮੈਂ ਫੇਰ ਦੁਬਾਰਾ ਬਹੁਤ ਨਿਮਾਣੇ ਤੌਰ ਤੇ ਇਹਦਾ ਜਵਾਬ ਦਿੰਦਾ। ਮੁੱਖ ਮੰਤਰੀ ਸਾਹਿਬ ਦੀ ਆਪਣੀ SIT ਕੀ ਕਹਿ ਰਹੀ? ਮੈਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੇ ਦੌਰੇ ਚਿਹਰੇ ਪਛਾਣੋ। ਦੇਖੋ ਇਹ ਕਰ ਕੀ ਰਹੇ ਨੇ। ਮੁੱਖ ਮੰਤਰੀ ਸਾਹਿਬ ਦੀ LK ਯਾਦਵ ਦੀ SIT ਨੇ ਜਿਹੜਾ ਚਲਾਨ ਪੇਸ਼ ਕੀਤਾ, ਉੱਥੇ ਉਹਨਾਂ ਨੇ ਕੀ ਕਿਹਾ ਕਿ ਜਿਹੜੀ ਇਹ ਜਥੇਬੰਦੀਆਂ ਸੀ ਜਿਨ੍ਹਾਂ ਨੇ ਧਰਨਾ ਲਾਇਆ ਸੀ, ਇਹਨਾਂ ਨੇ ਪੁਲਿਸ ਦੀਆਂ 2 SLRਾਂ ਖੋ ਕੇ ਉੱਥੋਂ ਭੱਜੇ ਨੇ। ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਚਲਾਨ ਕਹਿ ਰਿਹਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਕਹਿ ਰਹੀ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅੱਜ ਉਰੇ ਕਹਿਣਾ ਬਣਦਾ, ਕਿਉਂਕਿ ਇਹ ਕੋਈ ਕ੍ਰੈਡਿਟ ਡਿਸਕ੍ਰੈਡਿਟ ਦੀ ਗੱਲ ਨਹੀਂ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕੋਲੇ ਇਹ ਜਾਂਚ ਸਿਰਫ 20 ਦਿਨ ਰਹਿਣ ਦਿੱਤੀ ਸੀ। 20 ਦਿਨਾਂ ਬਾਅਦ ਇਹ ਜਾਂਚ, ਕਿਉਂਕਿ ਸਿੱਖ ਜਥੇਬੰਦੀਆਂ ਦੀ ਮੰਗ ਸੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁਖੀ ਹੁੰਦੇ ਸੀ, ਇਹਨਾਂ ਦੀ ਮੰਗ ਸੀ, ਆਮ ਆਦਮੀ ਪਾਰਟੀ ਦੀ ਮੰਗ ਸੀ, ਇਹ ਕਹਿੰਦੇ ਸੀ ਸਾਨੂੰ ਪੰਜਾਬ ਸਰਕਾਰ ਤੇ ਭਰੋਸਾ ਨਹੀਂ, ਇਹ ਜਾਂਚ CBI ਨੂੰ ਦੇ ਦਿਓ। ਹਾਲਾਂਕਿ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਫਿਰ ਬੜਾ ਭਰੋਸਾ ਹੋ ਗਿਆ ਪੰਜਾਬ ਪੁਲਿਸ ਤੇ, ਜਾਂਚ ਵਾਪਸ ਆ ਗਈ ਔਰ ਬਹੁਤ ਦੇਰ ਨੂਰਾਕਸ਼ੀ ਚੱਲਦੀ ਰਹੀ ਮੋਹਾਲੀ ਕੋਰਟ ਦੇ ਵਿੱਚ। CBI ਕਹਿੰਦੀ ਸੀ ਅਸੀਂ ਜਾਂਚ ਕਰਾਂਗੇ, ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਜਾਂਚ ਕਰਾਂਗੇ, ਔਰ ਮੈਂ ਬਤੌਰ ਵਕੀਲ ਉਹਦੇ ਚ ਆਪ ਪੇਸ਼ ਹੋਇਆ, ਜਾ ਕੇ ਐਪਲੀਕੇਸ਼ਨ ਲਾਈ ਕਿ ਭਾਈ ਸਾਡਾ ਮਕਸਦ ਨਹੀਂ ਕਿ ਜਾਂਚ CBI ਕਰੇ ਜਾਂ ਪੰਜਾਬ ਸਰਕਾਰ ਕਰੇ, ਇਹ ਜਾਂਚ ਦੇ ਵਿੱਚ ਡਿਲੇ ਨਾ ਕਰੋ, ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਓ। ਪਰ ਕੀ ਅੱਜ ਤੱਕ ਦੋਸ਼ੀ ਲੋਕਾਂ ਦੇ ਸਾਹਮਣੇ ਆ ਗਏ? ਔਰ ਜਿਹੜੇ ਅਕਾਲੀ ਦਲ ਨੂੰ ਇਹ ਸਵਾਲ ਕਰਦੇ ਨੇ, ਮੈਂ ਅੱਜ ਵੀ ਕਹਿਣਾ ਕਿ ਇਹ ਸਾਰੀ ਜਾਂਚ ਦੇ ਦੌਰਾਨ ਇੱਕ SIT ਸੀ ਰਣਵੀਰ ਖੱਟੜਾ ਸਾਹਿਬ ਦੀ, ਸ਼ਾਇਦ ਉਹ ਆਫਿਸਰ ਤਿੰਨਾਂ ਸਰਕਾਰਾਂ ਦੇ ਵਿੱਚ ਨਾਨ ਕੰਟਰੋਵਰਸ਼ੀਅਲ ਰਹੇ ਨੇ। ਅਕਾਲੀ ਦਲ ਦੀ ਸਰਕਾਰ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ SIT ਬਣਾਇਆ ਚੀਫ, ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਕੰਮ ਕੀਤਾ, ਕੋਈ ਕਿੰਤੂ ਪਰੰਤੂ ਨਹੀਂ, ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਕੰਮ ਕੀਤਾ, ਕੋਈ ਕਿੰਤੂ ਪਰੰਤੂ ਨਹੀਂ। ਮਲਕੇ ਦੀ ਇੱਕ ਇਨਵੈਸਟੀਗੇਸ਼ਨ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹ CBI ਨੂੰ ਨਹੀਂ ਭੇਜੀ, ਔਰ ਖੱਟੜਾ ਸਾਹਿਬ ਨੇ ਔਨ ਰਿਕਾਰਡ ਇਹ ਗੱਲ ਕਹੀ ਹੈ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਿਹਾ ਕਿ ਸੈਂਟਰਲ ਏਜੰਸੀਆਂ ਕਈ ਵਾਰ ਢਿੱਲ ਕਰ ਜਾਂਦੀਆਂ ਨੇ, ਆਪਾਂ ਪੰਜਾਬ ਦੇ ਵਿੱਚ ਇੱਕ ਜਾਂਚ ਰੱਖੀ, ਔਰ ਮੇਰੇ ਕਹਿਣ ਤੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਹਿਮਤੀ ਦਿੱਤੀ ਕਿ ਠੀਕ ਹੈ ਤੁਸੀਂ ਇਹਨੂੰ ਇਨਵੈਸਟੀਗੇਟ ਕਰੋ। ਜਾਂਚ ਅਸੀਂ ਨਹੀਂ ਭੇਜੀ ਤੇ ਕੱਲਾ ਉਹੀ ਇੱਕ ਕੇਸ ਹੈ ਜਿਹਦੇ 'ਚ ਸਜ਼ਾਵਾਂ ਹੋਈਆਂ ਨੇ। ਇਸ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲੇ? ਮੈਂ ਔਨ ਰਿਕਾਰਡ ਗੱਲ ਕਰੂੰਗਾ। ਹਾਲਾਂਕਿ ਉਹਨਾਂ ਨੇ ਕੱਲ ਜਿਨ੍ਹਾਂ ਨੂੰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਬੇਦੋਸ਼ਾ ਦੱਸ ਰਿਹਾ ਸੀ, ਖੱਟੜਾ ਸਾਹਿਬ ਨੇ ਅਕਾਲ ਤਖਤ ਸਾਹਿਬ ਸਨਮੁਖ ਹੋ ਕੇ ਉਹਨਾਂ ਨੇ ਵੀ ਉਹਨਾਂ ਤੇ ਗੱਲਾਂ ਕੀਤੀਆਂ ਹੋਈਆਂ ਨੇ। ਮੈਂ ਨਹੀਂ ਜਾਊਂਗਾ, ਮੈਂ ਇਲਜ਼ਾਮ ਤਰਾਸ਼ੀ 'ਚ ਨਹੀਂ ਜਾਊਂਦਾ, ਪਰ ਇੱਕ ਫੈਕਟ ਇਹ ਹੈ ਕਿ ਮਲਕੇ ਦੇ ਵਿੱਚ ਜਿਹੜੀ SIT ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ, ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਬੀਂਗ ਹੋਮ ਮਿਨਿਸਟਰ ਬਣਾਈ, ਤੇ ਇੱਕੋ ਹੀ ਕੇਸ ਹੈ ਜਿਹਦੇ 'ਚ ਅੱਜ ਤੱਕ ਸਜ਼ਾਵਾਂ ਹੋਈਆਂ ਨੇ। ਹਾਲਾਂਕਿ ਉਹਨਾਂ ਨੂੰ ਮੈਂ ਕਾਫੀ ਨਹੀਂ ਮੰਨਦਾ, ਪਰ ਜੇ ਕਿਤੇ ਮਾੜਾ ਮੋਟਾ ਮਰਮ ਲੱਗਿਆ ਤਾਂ ਉਸੇ SIT ਨੇ ਲਾਇਆ ਹੈ। ਕੋਈ ਸਵਾਲ ਕਿਸੇ ਦਾ ਉਸ SIT ਤੇ ਹੈ? ਕੋਈ ਜਵਾਬ ਇਸ ਗੱਲ ਦਾ? ਗੱਲਾਂ ਦੇਖੋ ਆਪਾਂ ਬਹੁਤ ਕਰ ਲੈਂਦੇ ਆ, ਪਰ ਉਹ ਗੱਲਾਂ ਨੂੰ ਫੈਕਚੁਅਲੀ ਅਸੀਂ ਕਰਨ ਤੋਂ ਕਈ ਵਾਰੀ ਪਿੱਛੇ ਹਟ ਜਾਂਦੇ। ਸਾਹਿਬ ਮੇਰਾ ਛੋਟਾ ਜਿਹਾ ਸਵਾਲ ਆ, ਤੁਸੀਂ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਕਿ ਨਿਮਾਣੇ ਸਿੱਖ ਵਜੋਂ ਇਹ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਪੇਸ਼ ਹੋਏ ਨੇ, ਸਨਮੁਖ ਹੋਏ ਨੇ। ਮੇਰਾ ਸਿਰਫ ਇਹ ਹੈ ਪ੍ਰਸ਼ਨ ਕਿ ਕੋਈ ਵਿਰੋਧੀ ਜਿਹੜੀਆਂ ਸ਼ਖਸੀਅਤਾਂ ਨੇ, ਪੰਥਕ ਸ਼ਖਸੀਅਤਾਂ ਜਿਹੜੀਆਂ ਨੇ, ਉਹ ਇਹ ਕਹਿ ਰਹੀਆਂ ਨੇ ਵੀ ਜਿਹੜੀ ਪੰਥਕ ਮਰਿਆਦਾ ਜਿਹੜੀ ਹੈ ਉਹ ਅਕਾਲ ਤਖਤ ਵੱਲੋਂ ਜਿਹੜੀ ਹੈ ਇਹ ਮਾਫੀਨਾਮਾ ਉਹਨਾਂ ਨੂੰ ਉੱਤੇ ਹੁਕਮਨਾਮਾ ਜਾਰੀ ਹੁੰਦਾ, ਉਹਨਾਂ ਉੱਤੇ ਪੇਸ਼ ਹੁੰਦੇ, ਉਹ ਉਹਨਾਂ ਨੂੰ ਮਾਫ ਕਰਦੇ ਨਾ ਕਰਦੇ, ਸਜ਼ਾ ਸੁਣਾਉਂਦੇ, ਮਤਲਬ ਉਹ ਜਿਹੜਾ ਪ੍ਰੋਸੀਜਰ ਸੀਗਾ ਪੰਥਕ ਜਿਹੜੀ ਮਰਿਆਦਾ ਜਿਹੜੀ ਹੈ ਉਹਦੇ ਮੁਤਾਬਕ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਉੱਤੇ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜੀ, ਪਹਿਲਾਂ ਵੀ ਕੋਈ ਸ਼ਖਸੀਅਤਾਂ ਇਸ ਕੱਲ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀ। ਉਹ ਸਥਾਪਨਾ ਦਿਵਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੌਮ ਨੂੰ, ਪੰਜਾਬੀਆਂ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਨੂੰ ਸੰਬੋਧਿਤ ਹੋ ਰਹੇ ਸੀ। ਉਹ ਸੰਬੋਧਨ ਦੇ ਵਿੱਚ ਉਹਨਾਂ ਨੇ ਆਪਣੀ ਭਾਵਨਾ ਉੱਥੇ ਦਿੱਤੀ, ਕਿਉਂਕਿ ਜਿਹੜੀ ਗੱਲਾਂ ਉਹਨਾਂ ਨੇ ਕੀਤੀਆਂ, ਉਹ ਕਹਿੰਦੇ ਕਿ ਜੀ ਆਪਣੇ ਅੰਤ ਸਮੇਂ ਤੱਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਿਹਾ ਕਿ ਮੇਰੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ। ਔਰ ਕੱਲ ਸ਼ਾਇਦ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਜਿਹੜਾ 103ਵਾਂ ਪਹਿਲਾ ਐਸਾ ਇਵੈਂਟ ਸੀ ਜਿਹਦੇ 'ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਡੇ ਵਿੱਚ ਨਹੀਂ ਸੀ, ਤਾਂ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਨੇ ਇਹ ਗੱਲਾਂ ਉੱਥੇ ਕੀਤੀਆਂ। ਔਰ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਉੱਥੇ ਪੰਥ ਕੋਲੋਂ, ਉੱਥੇ ਅਕਾਲ ਤਖਤ ਸਾਹਿਬ ਕੋਲੋਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਸੋ ਮੈਨੂੰ ਇੱਕ ਇਹ ਲੱਗਦਾ ਹੈ ਕਿ ਬਤੌਰ ਸਿੱਖ ਇਹੀ ਕਰ ਸਕਦੇ ਸੀ ਉਹ, ਕਿਉਂਕਿ ਉੱਥੇ ਅਕਾਲ ਤਖਤ ਸਾਹਿਬ ਤੇ ਆਪਣੀ ਅਰਦਾਸ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਮਾਫੀ ਮੰਗੀ ਹੈ, ਅੱਗੇ ਤਾਂ ਹੁਣ ਪੰਥ ਦੀ ਗੱਲ ਹੈ, ਅੱਗੇ ਤਾਂ ਆਪਾਂ ਪੰਥ ਤੇ ਛੱਡੀਏ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਭਾਵਨਾਤਮਕ ਤੌਰ ਤੇ ਇਹ ਗੱਲ ਕਹੀ ਹੈ, ਔਰ ਮੈਂ ਕੱਲ ਦਾ ਦੇਖ ਰਿਹਾ ਕਿ ਲੋਕਾਂ ਨੇ ਕਿਤੇ ਨਾ ਕਿਤੇ ਉਹਦਾ ਬਹੁਤ ਪੋਜ਼ਿਟਿਵ ਹੁੰਗਾਰਾ ਦਿੱਤਾ, ਪ੍ਰਵਾਨ ਕੀਤਾ, ਕਿਉਂਕਿ ਆਹੀ ਸਾਡੀਆਂ ਮਰਿਆਦਾ ਨੇ। ਸਾਰਾ ਸੰਤ ਸਮਾਜ ਵੀ ਇਸੇ ਗੱਲ ਤੇ ਕਹਿ ਰਿਹਾ ਕਿ ਸਿੱਖੀ ਦੇ ਵਿੱਚ ਇਹੀ ਇੱਕ ਚੀਜ਼ ਹੈ, ਔਰ ਮਾਫੀ ਇੱਕ ਵੱਡੀ ਗੱਲ ਹੈ। ਔਰ ਇਹ ਚੀਜ਼ ਨੂੰ ਉਹਨਾਂ ਨੇ ਬਹੁਤ ਨਿਮਾਣੇ ਤੌਰ ਤੇ ਔਰ ਬਿਲਕੁਲ ਨਾਨ ਪੋਲੀਟੀਕਲ ਹੋ ਕੇ ਇਹ ਗੱਲਾਂ ਉੱਥੇ ਉਹਨਾਂ ਨੇ ਕੀਤੀ। ਕਲੇਰ ਸਾਹਿਬ ਅਕਸਰ ਬਾਣੀ ਦੇ ਵਿੱਚ ਵੀ ਕਹਿੰਦੇ ਅਖਬਾਰ ਉਹ ਸਭ ਮਿਲेंगे ਬਚੇ ਸਰਨ ਜੋ ਹੋਏ, ਅਕਾਲੀ ਦਲ ਇਕੱਠਾ ਨਜ਼ਰ ਆਵੇਗਾ, ਪਹੁੰਚ ਕਰੇਗਾ, ਅੱਜ ਦਲ ਦੇ ਪ੍ਰਧਾਨ ਪਹੁੰਚ ਕਰਨਗੇ ਕਿ ਜਿਹੜੇ ਛੱਡ ਚੁੱਕੇ ਅਕਾਲੀ ਦਲ ਨੂੰ ਜਾਂ ਨਾਰਾਜ਼ ਉਹਨਾਂ ਤੱਕ ਪਹੁੰਚ ਕੀਤੀ ਜਾਵੇ, ਕਿਉਂਕਿ ਕੱਲ੍ਹ ਢੀਂਡਸਾ ਸਾਹਿਬ ਦੀ ਸਟੇਟਮੈਂਟ ਵੀ ਇਹ ਆਈ
ਦਾਦੂਵਾਲ ਸਾਹਿਬ ਨੇ ਕਿਹਾ ਕਿ ਮਾਫੀ ਮੰਗਣਾ ਤੇ ਸਿੱਖ ਪੰਥ ਦੀ ਹਮੇਸ਼ਾ ਜਿਹੜੀ ਹੈਗੀ ਆ ਉਹ ਨਿਮਾਣੇ ਸਿੱਖ ਵਜੋਂ ਹਰੇਕ ਮੰਗਦਾ ਰਿਹਾ ਜੀ। ਦੇਖੋ, ਮੈਂ ਅੱਜ ਇਹ ਗੱਲ ਕਹਿਣਾ ਕਿ ਜੋ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਜਿਹੜੀ ਦੂਜੀ ਵੱਡੀ ਗੱਲ ਕਹੀ ਹੈ, ਉਹੀ ਹੈ ਕਿ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਮੈਂ ਉਹ ਤੋਂ ਮਾਫੀ ਮੰਗਦਾ, ਪਰ ਅੱਜ ਜਿਹੜਾ ਸਮਾਂ ਉਹ ਸਮਾਂ ਪੰਥ ਬਚਾਉਣ ਦਾ, ਉਹ ਸਮਾਂ ਸੰਸਥਾਵਾਂ ਬਚਾਉਣ ਦਾ, ਕਿਉਂਕਿ ਹੁਣ ਸਾਡੀਆਂ ਸੰਸਥਾਵਾਂ ਦੇ ਉੱਤੇ ਹਮਲਾ ਸ਼ੁਰੂ ਹੋ ਗਿਆ। ਸੁਲਤਾਨਪੁਰ ਲੋਧੀ ਦੇ ਵਿੱਚ ਮੈਂ ਇਹ ਗੱਲ ਮੰਨਦਾ ਕਿ ਦੋ ਜਥੇਬੰਦੀਆਂ ਦਾ ਟਕਰਾਅ ਸੀ, ਉਹ ਜਥੇਬੰਦੀਆਂ ਉਹਨੂੰ ਆਪਣੇ ਤੌਰ ਤੇ ਵੀ ਨਜਿੱਠ ਸਕਦੀਆਂ ਸੀ। ਉੱਥੇ ਕੋਈ ਲਾਅ ਐਂਡ ਆਰਡਰ ਦੀ ਐਸੀ ਸਿਚੁਏਸ਼ਨ ਨਹੀਂ ਸੀ ਕਿ ਸਵੇਰੇ ਪੁਲਿਸ ਉੱਥੇ ਇਸ ਤਰੀਕੇ ਅੰਧਾਧੁੰਦ ਫਾਇਰਿੰਗ ਕਰਦੀ, ਪਰ ਕਿਉਂਕਿ ਇਹ ਸੰਸਥਾਵਾਂ ਦੇ ਉੱਤੇ ਹਮਲਾ ਕੀ ਹੁਣ ਗੁਰੂ ਘਰਾਂ ਦੇ ਉੱਤੇ ਇਸ ਤਰੀਕੇ ਕਾਬਜ਼ ਹੋਇਆ ਜਾਊਗਾ। ਸੋ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਸਾਡੇ ਐਕਟ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ, ਸੋ ਇਹ ਸਾਡੇ ਜਿਹੜੇ ਨਿੱਜੀ ਆਪਸ 'ਚ ਮਤਭੇਦ ਨੇ, ਇਹ ਸਾਡੇ ਪੰਥ ਦੇ ਉੱਤੇ, ਸਾਡੀ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਉੱਤੇ ਭਾਰੀ ਨਹੀਂ ਪੈਣੇ ਚਾਹੀਦੇ। ਸੋ ਉਹਨਾਂ ਨੇ ਕਿਹਾ ਕਿ ਅਗਰ ਮੇਰੇ ਕਰਕੇ ਕਿਸੇ ਨੂੰ ਕੋਈ ਨਾਰਾਜ਼ਗੀ ਹੈ, ਮੇਰੇ ਕਰਕੇ ਕਿਸੇ ਦਾ ਦਿਲ ਦੁਖੀ ਹੈ, ਮੈਂ ਸਿਰ ਝੁਕਾ ਕੇ ਮਾਫੀ ਮੰਗਦਾ, ਪਰ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਸੋਚੀਏ ਕਿ ਅਸੀਂ ਆਪਣੇ ਪੰਥ ਨੂੰ, ਆਪਣੀਆਂ ਸੰਸਥਾਵਾਂ ਨੂੰ, ਆਪਣੇ ਪੰਜਾਬ ਨੂੰ ਕਿੱਦਾਂ ਬਚਾਉਣਾ। ਜਿਹੜੇ ਆਗੂ ਦਾ ਜ਼ਿਕਰ ਕਰ ਰਹੇ ਜੀ, ਖਾਸ ਤੌਰ ਤੇ ਕੀਤੀ ਜਾਏ, ਕਿਉਂਕਿ ਕੱਲ ਜਿਹੜਾ ਢੀਂਡਸਾ ਸਾਹਿਬ ਦੀ ਸਟੇਟਮੈਂਟ ਆਈ ਉਹ ਬੜਾ ਪੋਜ਼ਿਟਿਵ ਸਟੇਟਮੈਂਟ ਸੀਗੀ ਵਾਪਸੀ ਕਰਨ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਮਾਫੀ ਮੰਗੀ, ਉਹਨਾਂ ਨੇ ਵੈਲਕਮ ਕੀਤਾ ਔਰ ਕਹਿੰਦੇ ਪ੍ਰਧਾਨ ਮੈਨੂੰ ਮਨਜ਼ੂਰ ਹੈ। ਜਾਣਗੇ ਸੁਖਬੀਰ ਜੀ ਮਿਲਣ? ਦੇਖੋ, ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡਾ ਸਤਿਕਾਰ ਹੈ, ਔਰ ਢੀਂਡਸਾ ਸਾਹਿਬ ਚਾਹੇ ਅੱਜ ਉਹ ਆਪਣੇ ਵਿਚਾਰਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗਾ ਖੜੇ ਨੇ, ਪਰ ਜਿਹੜੇ ਇੱਕ ਨਿੱਜੀ ਤਾਲੁਕਾਤ ਹੁੰਦੇ ਨੇ, ਇੱਕ ਨਿੱਜੀ ਰਿਸ਼ਤੇ ਹੁੰਦੇ ਨੇ, ਉਹ ਹਮੇਸ਼ਾ ਰਾਜਨੀਤੀ ਦੇ ਵਿੱਚ ਰਹਿੰਦੇ ਨੇ। ਔਰ ਸੁਖਬੀਰ ਬਾਦਲ ਸਾਹਿਬ ਮਿਲਦੇ ਨੇ, ਢੀਂਡਸਾ ਸਾਹਿਬ ਬਾਦਲ ਸਾਹਿਬ ਦੇ ਅਕਾਲ ਚਲਾਣੇ ਤੇ ਵੀ ਬਾਦਲ ਪਿੰਡ ਗਏ ਸੀ। ਸੋ ਸਤਿਕਾਰ ਦੇ ਵਿੱਚ ਕੋਈ ਉਹ ਨਹੀਂ। ਕੱਲ ਢੀਂਡਸਾ ਸਾਹਿਬ ਦਾ ਜਿਹੜਾ ਬਿਆਨ ਆਇਆ, ਮੈਂ ਉਹਨੂੰ ਬਹੁਤ ਇੱਕ ਪੋਜ਼ਿਟਿਵ ਬਿਆਨ ਕਹੂੰਗਾ। ਬਾਕੀ ਤਾਂ ਜੋ ਅੱਗੇ ਜਿਸ ਤਰੀਕੇ ਦੇ ਨਾਲ ਹਾਲਾਤ ਹੋਣਗੇ ਉਹ ਸਾਰਿਆਂ ਸਾਹਮਣੇ ਆਉਣਗੇ, ਪਰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੱਲ ਦਾ ਮੰਤਵ ਹੈ, ਉਹ ਸਿਰਫ ਤੇ ਸਿਰਫ ਪੰਥ, ਪੰਜਾਬ ਤੇ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬਚਾਉਣ ਦੇ ਵੱਲ ਕਦਮ ਹੈ। ਔਰ ਉਸ ਕਦਮ ਦੇ ਵਿੱਚ ਮੈਂ ਮੰਨੂਗਾ ਕਿ ਜਿੰਨੀਆਂ ਸਾਡੀਆਂ ਸ਼ਖਸੀਅਤਾਂ ਨੇ ਉਹ ਸਾਥ ਜ਼ਰੂਰ ਦੇਣਗੇ। ਪਹੁੰਚ ਕੀਤੀ ਜਾਏਗੀ ਘਰਾਂ ਤੱਕ ਜਾ ਕੇ, ਘੱਟੋ ਘੱਟ ਇੱਕ ਵਾਰੀ ਮੁਲਾਕਾਤ ਕਰ ਲਈ ਜਾਵੇ ਉਹਨਾਂ ਦੇ ਨਾਲ, ਕਿਉਂਕਿ ਢੀਂਡਸਾ ਸਾਹਿਬ ਸੀਨੀਅਰ ਵੀ ਨੇ, ਕਾਫੀ ਸਤਿਕਾਰਯੋਗ ਨੇ ਅਕਾਲੀ ਦਲ ਦੇ। ਦੇਖੋ, ਸ਼੍ਰੋਮਣੀ ਅਕਾਲੀ ਦਲ ਹਰ ਇੱਕ ਉਸ ਬੰਦੇ ਤੱਕ ਪਹੁੰਚ ਕਰੇਗਾ ਜਿਹੜਾ ਪੰਜਾਬ ਦੀ ਬਿਹਤਰੀ ਲਈ ਸੋਚਦਾ, ਔਰ ਢੀਂਡਸਾ ਸਾਹਿਬ ਵੀ ਉਹਨਾਂ ਚੋਂ ਇੱਕ ਨੇ ਜਿਹੜਾ ਪੰਜਾਬ ਦੀ ਬਿਹਤਰੀ ਲਈ ਸੋਚਦਾ, ਜੋ ਅੱਜ ਕੌਮ ਤੇ ਜਿਹੜੀ ਪੀੜ ਪਈ ਹੈ, ਜਿਹੜੇ ਉਹਦੇ ਬਾਰੇ ਸੋਚਦੇ ਨੇ। ਕਿਉਂਕਿ ਅੱਜ ਬੰਦੀ ਸਿੰਘਾਂ ਦਾ ਮੁੱਦਾ ਵੀ ਸਾਡੇ ਅੱਗੇ ਇੱਕ ਬਹੁਤ ਵੱਡਾ ਖੜਾ, ਔਰ ਐਸੇ ਵੱਡੇ ਮਸਲੇ ਜਿਹੜੇ ਦੇਸ਼ ਦੀ ਸਰਕਾਰਾਂ ਦੇ ਨਾਲ ਜਿਹੜੀ ਲੜਾਈ ਹੈ, ਉਹ ਤਾਂ ਹੀ ਜਿੱਤੇ ਜਾ ਸਕਦੇ ਨੇ, ਉਹਨਾਂ 'ਚ ਤਾਂ ਹੀ ਅਸੀਂ ਕੋਈ ਪੋਜ਼ਿਟਿਵ ਰਿਜ਼ਲਟ ਕੱਢ ਸਕਦੇ ਹਾਂ ਜਦੋਂ ਅਸੀਂ ਇਕੱਠੇ ਹਾਂ ਤੇ ਸਾਡੀ ਤਾਕਤ ਹੈ ਜਿਹੜੀ ਉਹ ਅਸੀਂ ਇਕਜੁੱਟ ਹੋ ਕੇ ਉਹ ਚੀਜ਼ਾਂ ਨੂੰ ਰਿਪਰੈਜ਼ੈਂਟ ਕਰੀਏ।